ਕੈਨੇਡਾ ਦੇ ਵਿੱਚ ਜੌਬ ਨੰਬਰਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਲੋਕਾਂ ਦੇ ਕੋਲ ਜੌਬਸ ਨਹੀਂ ਹੈਗੀਆਂ। 1 ਮਿਲੀਅਨ ਲੋਕ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ। ਪਹਿਲਾਂ ਸੀਗਾ ਜਿਹੜੇ ਮਾਰਕੀਟ ਬਹੁਤ ਗਰਮ ਸੀਗੀ, ਉਦੋਂ ਕੈਸ਼ ਆਫਰ ਸੀ ਤੇ ਜਿਸ ਬੰਦੇ ਕੋਲ ਹਾਲੇ ਮੋਰਗੇਜ ਨਹੀਂ ਅਪਰੂਵ ਹੋਈ, ਫੰਡਸ ਨਹੀਂ ਸੀ ਇਨਫ ਜਾਂ ਫੰਡਸ ਨੂੰ ਇਕੱਠੇ ਕਰ ਰਹੇ ਸੀ, ਇਸ ਤਰ੍ਹਾਂ ਉਹਨਾਂ ਦੇ ਚਾਂਸਸ ਘੱਟ ਸੀ। ਸਮਟਾਈਮਸ ਅਸੀਂ ਕਹਿੰਦੇ ਆ ਬੜੀ ਹੌਟ ਹੈ ਮਾਰਕੀਟ, ਕਈ ਵਾਰੀ ਅਸੀਂ ਕਹਿੰਦੇ ਠੰਡੀ ਪੈ ਗਈ ਹੈ ਮਾਰਕੀਟ। ਰਾਈਟ ਨਾਓ ਕਿਹੜੀ ਮਾਰਕੀਟ ਚੱਲ ਰਹੀ ਹੈ ਜੀ? ਬਾਇਰਸ, ਸੈਲਰਸ? ਇੰਟਰਸਟ ਰੇਟ ਉੱਤੇ ਜਾਂਦੇ ਨੇ ਤੇ ਬਾਇਰਸ ਜਿਹੜੇ ਥੋੜੇ ਬੈਕ ਆਫ ਹੋ ਜਾਂਦੇ ਆ, ਜਾਂ ਤਾਂ ਕੁਆਲੀਫਾਈ ਨਹੀਂ ਹੁੰਦੇ ਜਾਂ ਉਹ ਦੇਖਦੇ ਆ ਵੀ ਦੇਖੋ ਕੀ ਹੋ ਰਿਹਾ, ਵੇਟ ਨੂੰ ਆਚ ਵਾਲੀ ਗੇਮ ਹੋ ਜਾਂਦੀ ਹੈ। ਕੋਈ ਏਰੀਆ ਦੇ ਕੋਲ ਬੱਸ ਲੂਪਸ ਹੈਗੀਆਂ ਨੇ, ਸਕੂਲ ਹੈਗੇ ਆ, ਪਲੇਗਰਾਉਂਡ ਹੈਗਾ, ਉਹ ਮੋਸਟਲੀ ਐਕਸਪੈਂਸਿਵ ਹੁੰਦੀਆਂ ਨੇ। ਜਿੱਥੇ ਟਰਾਂਸਪੋਰਟ ਘੱਟ ਹੈਗੀ ਆ ਜਾਂ ਕੁਝ ਥੋੜਾ ਦੂਰ ਆ, ਉਹਦੀਆਂ ਘੱਟ ਹੋ ਜਾਂਦੀਆਂ। ਸੋ ਏਰੀਆ ਤੇ ਡਿਪੈਂਡ ਕਰਦਾ ਤੁਹਾਡੇ ਕਹਿਣ ਦੇ ਮੁਤਾਬਿਕ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਘਰ ਲੈ ਲਿਆ, ਉੱਥੇ ਮੈਨੂੰ ਇੰਨੇ ਦਾ ਸਸਤਾ ਮਿਲਿਆ, 2 ਲੱਖ ਸਸਤਾ ਲੈ ਲਿਆ, ਪਰ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਇਕੱਲਾ ਘਰ ਨਹੀਂ ਖਰੀਦਦੇ, ਤੁਸੀਂ ਏਰੀਆ ਵੀ ਖਰੀਦਦੇ ਹੋ, ਕਿਉਂਕਿ ਏਰੀਆ ਜਿਹੜਾ ਆ ਉਹਦੇ ਵਿੱਚ ਅਮੈਨਿਟੀਜ਼ ਕਿੰਨਾ ਸਾਫ਼ ਸੁਥਰਾ ਆ, ਕਿੱਦਾਂ ਦੇ ਲੋਕ ਰਹਿੰਦੇ ਉੱਥੇ। ਹੁਣ ਮੰਨ ਲਓ ਫਸਟ ਟਾਈਮ ਹੋਮ ਬਾਇਰ ਆ ਕੋਈ, ਜਾਂ ਕੋਈ ਘਰ ਲੱਭ ਰਿਹਾ ਹੈਗਾ ਆ, ਉਹਨੇ ਪ੍ਰੀ ਅਪਰੂਵ ਜਿਹੜਾ ਆ ਉਹ ਕਰਵਾ ਲਿਆ ਹੈਗਾ, ਫਿਰ ਉਸ ਤੋਂ ਬਾਅਦ ਪਹਿਲਾ ਸਟੈਪ ਤੁਹਾਡੇ ਕੋਲ ਆ ਕੇ ਕਿੱਥੋਂ ਸ਼ੁਰੂਆਤ ਕਰਦੇ ਆ ਤੁਸੀਂ? ਜਿਸ ਤਰੀਕੇ ਨਾਲ ਸਾਨੂੰ ਦੱਸਦੇ ਨੇ ਉਸ ਏਰੀਆ 'ਚ ਅਸੀਂ ਸਰਚ ਕਰਕੇ ਦੱਸੀਦੇ ਵੀ ਤੁਹਾਡੇ ਵਾਸਤੇ ਵੀ ਆਹ ਚੀਜ਼ ਮਿਲ ਸਕਦੀ ਹੈ। ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਬਿਜ਼ਨੈਸਸ ਦੇ ਬਾਰੇ ਗੱਲ ਕਰਦੇ ਹਾਂ ਤੇ ਅੱਜ ਗੱਲਬਾਤ ਕਰਾਂਗੇ ਰੀਅਲਟਰਸ ਦੇ ਬਾਰੇ, ਰੀਅਲ ਸਟੇਟ ਮਾਰਕੀਟ ਦੇ ਬਾਰੇ। ਮੈਂ ਪਿਛਲੇ ਦਿਨ ਇਹ ਰਿਪੋਰਟ ਪੜ੍ਹ ਰਹੀ ਸੀ, ਡੇਟਾ ਦੇਖ ਰਹੀ ਸੀ ਕਿ ਕੈਨੇਡਾ ਦੇ ਵਿੱਚ ਜੌਬ ਨੰਬਰਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਲੋਕਾਂ ਦੇ ਕੋਲ ਜੌਬਸ ਨਹੀਂ ਹੈਗੀਆਂ। 1 ਮਿਲੀਅਨ ਲੋਕ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ, ਪਰ ਫਿਰ ਵੀ ਜੇ ਪਰਸੈਂਟੇਜ ਦੇਖੀਏ ਤਾਂ 4.6% ਦੇ ਉੱਤੇ ਅਨਇੰਪਲੋਇਮੈਂਟ ਹੈਗੀ ਹੈ। ਲੋਕ ਘਰਾਂ ਦੇ ਵਿੱਚ ਹੈਗੇ ਬੈਠੇ ਨੇ, ਇਨਫਲੇਸ਼ਨ ਵੱਧਦੀ ਪਈ ਹੈ, ਅਫੋਰਡੇਬਿਲਿਟੀ ਦੀ ਸਮੱਸਿਆ ਬਣੀ ਹੋਈ ਹੈ। ਪਰ ਇਸ ਵਿਚਕਾਰ ਹੁਣ ਘਰਾਂ ਦੀ ਮਾਰਕੀਟ ਤੇ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ? ਇੰਟਰਸਟ ਰੇਟ ਬੈਂਕ ਆਫ ਕੈਨੇਡਾ ਦੇ ਵੱਲੋਂ ਲਗਾਤਾਰ ਵਧਾਏ ਜਾ ਰਹੇ ਨੇ। ਇਸ ਵਿਚਕਾਰ ਜਿਨ੍ਹਾਂ ਦੇ ਕੋਲ ਆਲਰੇਡੀ ਘਰ ਹੈਗੇ ਨੇ ਉਹ ਹੀ ਸੋਚਾਂ ਦੇ ਵਿੱਚ ਪਏ ਹੋਏ ਨੇ ਕਿ ਅਸੀਂ ਆਪਣੇ ਘਰ ਅਫੋਰਡ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਬੇਸਮੈਂਟ ਦੇ ਰੈਂਟ ਵੱਧ ਰਹੇ ਹੈਗੇ ਨੇ। ਇਸ ਵਿਚਕਾਰ ਫਰਸਟ ਟਾਈਮ ਹੋਮ ਬਾਇਰ ਕੀ ਸੋਚਦਾ ਹੈ, ਕਿਸ ਤਰ੍ਹਾਂ ਦੀ ਮਾਰਕੀਟ ਬਣੀ ਹੋਈ ਹੈ, ਮਾਰਕੀਟ 'ਚ ਟ੍ਰੈਂਡ ਕਿਹੜੇ ਚੱਲ ਰਹੇ ਨੇ। ਪਰ ਜੇ ਕੋਈ ਫਿਰ ਵੀ ਸੋਚ ਰਿਹਾ ਕਿ ਮੈਂ ਘਰ ਲੈਣਾ ਜਾਂ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੀਆਂ-ਕਿਹੜੀਆਂ ਕੰਡੀਸ਼ਨਸ ਹੋ ਸਕਦੀਆਂ ਨੇ, ਰੀਅਲਟਰ ਕਿਸ ਤਰ੍ਹਾਂ ਦੇ ਨਾਲ ਸਲਾਹ ਦੇ ਸਕਦਾ ਹੈ। ਇਸ ਵਿਚਕਾਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬੜੇ ਹੀ ਵਧੀਆ ਰੀਅਲਟਰ ਮੈਨੀ ਗਿੱਲ। ਆਓ ਸਵਾਗਤ ਕਰਦੇ ਹਾਂ। ਮੈਨੀ, ਵੈਲਕਮ। ਥੈਂਕ ਯੂ ਜੀ, ਬਹੁਤ-ਬਹੁਤ ਧੰਨਵਾਦ ਤੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਤੁਸੀਂ, ਮੈਨੂੰ ਪਤਾ ਕਿ ਰੀਅਲਟਰ ਜਿਹੜੇ ਨੇ ਉਹ ਬਿਜ਼ੀ ਹੁੰਦੇ ਨੇ, ਤੁਸੀਂ ਟਾਈਮ 'ਚ ਟਾਈਮ ਕੱਢਿਆ ਸਟੂਡੀਓ ਦੇ ਵਿੱਚ ਆਏ। ਥੈਂਕ ਯੂ ਸੋ ਮਚ ਵਾਂਸ ਅਗੇਨ। ਸੋ ਮੈਨੀ, ਆਪਾਂ ਗੱਲ ਕਰ ਰਹੇ ਸੀਗੇ ਕਿ ਰੀਅਲ ਸਟੇਟ ਮਾਰਕੀਟ ਅੱਜ ਦੇ ਟਾਈਮ 'ਚ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਪਹਿਲਾਂ ਸਾਡੇ ਵਿਊਅਰਸ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਹੋਰ ਦੱਸ ਦਿਓ, ਇਲੈਬੋਰੇਟ ਕਰਕੇ, ਕਿ ਤੁਸੀਂ ਕਿਹੜੀ ਕੰਪਨੀ 'ਚ ਕੰਮ ਕਰਦੇ ਹੋ, ਤੁਹਾਡੀ ਕਿਹੜੀ ਕੰਪਨੀ ਹੈਗੀ ਹੈ, ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਦਿੰਦੇ ਹੋ। ਠੀਕ ਹੈ ਜੀ, ਤੁਸੀਂ ਮੈਂਸ਼ਨ ਕਰਤਾ, ਮੈਨੀ ਗਿੱਲ ਮੇਰਾ ਨਾਂ ਹੈ ਜੀ ਤੇ ਮੈਂ ਰੀਮੈਕਸ ਬਲੂਪ੍ਰਿੰਟ ਰੀਅਲਟੀ ਦੇ ਨਾਲ ਕੰਮ ਕਰ ਰਿਹਾ ਜੀ ਇਸ ਵੇਲੇ ਪਿਛਲੇ 7 ਸਾਲ ਤੋਂ। ਪਰ ਮੈਂ ਆਪਣਾ ਰੀਅਲ ਸਟੇਟ ਕਰੀਅਰ ਸਟਾਰਟ ਕੀਤਾ ਸੀ ਕੋਈ 10 ਸਾਲ ਪਹਿਲਾਂ, 10 ਤੋਂ 12 ਸਾਲ ਪਹਿਲਾਂ 2010 ਦੇ ਵਿੱਚ, ਤੇ ਉਦੋਂ ਤੱਕ ਸੇਵਾਵਾਂ ਦੇ ਆ ਰਹੇ ਹਾਂ ਜੀ। ਤੇ ਹੁਣ ਤੱਕ ਬਹੁਤ ਹੀ ਘਰ ਵੇਚ ਚੁੱਕੇ ਨੇ, ਬਹੁਤ ਲੋਕਾਂ ਨੂੰ ਘਰ ਦਵਾਇਆ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਬਿਠਾਇਆ ਜੀ ਤੇ ਖੁਸ਼ ਨੇ। ਬਿਲਕੁਲ ਜੀ, ਖੁਸ਼ ਹੋਣੇ ਚਾਹੀਦੇ ਨੇ, ਕਿਉਂਕਿ ਇੱਕ ਵਾਰੀ ਤੁਹਾਨੂੰ ਗੁੱਡ ਰੀਅਲਟਰ ਮਿਲ ਜੇ ਨਾ, ਤੁਸੀਂ ਗਾਂ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਕੋਈ ਤੁਸੀਂ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ, ਫਿਰ ਉਹ ਤੁਹਾਡਾ ਨਾ ਉਹਦੇ ਤੇ ਉਹ ਬਣ ਜਾਂਦਾ ਵਿਸ਼ਵਾਸ ਜਿਹਾ ਕਿ ਨਹੀਂ, ਇਹਨੇ ਵਧੀਆ ਡੀਲ ਕਰਵਾ ਦੇਣੀ ਆ, ਵਧੀਆ ਘਰ ਲੱਭ ਦੇਣਾ, ਵਧੀਆ ਸਭ ਕੁਛ ਲੱਭ ਦੇਣਾ। ਹੁਣ ਮੈਨੇ ਤੁਸੀਂ ਗੱਲ ਕੀਤੀ ਕਿ 10-12 ਸਾਲ ਦਾ ਐਕਸਪੀਰੀਅੰਸ ਹੈਗਾ, ਥੋੜਾ ਐਕਸਪੀਰੀਅੰਸ ਨਹੀਂ ਹੁੰਦਾ, ਪਰ ਤੁਸੀਂ ਅਪਸ ਐਂਡ ਡਾਊਨਸ ਵੀ ਦੇਖੇ ਨੇ। ਉਸ ਤੋਂ ਪਹਿਲਾਂ ਵੀ ਮਾਰਕੀਟ 'ਚ ਤੁਸੀਂ ਨਹੀਂ ਵੀ ਕੰਮ ਕਰਦੇ ਹੁੰਦੇ, ਮਾਰਕੀਟ ਦਾ ਪਤਾ ਲੱਗਦਾ ਰਹਿੰਦਾ ਸਾਨੂੰ ਕਿ ਮਾਰਕੀਟ ਦੇ ਵਿੱਚ ਕੀ ਹੋ ਰਿਹਾ, ਕਿਹੜੀਆਂ ਸਮਟਾਈਮਸ ਅਸੀਂ ਕਹਿੰਦੇ ਆ ਬੜੀ ਹੌਟ ਹੈ ਮਾਰਕੀਟ, ਕਈ ਵਾਰੀ ਅਸੀਂ ਕਹਿੰਦੇ ਠੰਡੀ ਪੈ ਗਈ ਹੈ ਮਾਰਕੀਟ। ਰਾਈਟ ਨਾਓ ਕਿਹੜੀ ਮਾਰਕੀਟ ਚੱਲ ਰਹੀ ਹੈ ਜੀ? ਬਾਇਰਸ, ਸੈਲਰਸ, ਕੀ ਟ੍ਰੈਂਡ ਚੱਲ ਰਹੇ ਨੇ? ਹੁਣ ਲੇਟਲੀ ਜਿਸ ਤਰ੍ਹਾਂ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਉੱਪਰ ਕੀਤੇ ਨੇ ਤੇ ਇਹੋ ਹੌਲੀ-ਹੌਲੀ ਬਾਹਰ ਮਾਰਕੀਟ ਵੱਲੋਂ ਸ਼ਿਫਟ ਹੋ ਗਈ ਹੈ। ਬਾਹਰ ਮਾਰਕੀਟ ਦਾ ਮਤਲਬ ਇਹ ਹੈ ਕਿ ਬਾਇਰਸ ਦੀ ਆਪਣੀ ਸੇ ਹੋ ਗਈ ਇਹਦੇ ਵਿੱਚ। ਉਹਦਾ ਮਤਲਬ ਇਹ ਹੈ ਕਿ ਹੁਣ ਜੇ
ਕੋਈ ਵੀ ਆਫਰ ਆਉਂਦੀ ਆ ਉਹ ਕੰਡੀਸ਼ਨਸ ਦੇ ਨਾਲ ਆਉਂਦੀ ਆ। ਪਹਿਲਾਂ ਸੀਗਾ ਜਿਹੜੇ ਮਾਰਕੀਟ ਬਹੁਤ ਗਰਮ ਸੀਗੀ, ਉਦੋਂ ਕੈਸ਼ ਆਫਰ ਸੀ, ਤੇ ਜਿਸ ਬੰਦੇ ਕੋਲ ਹਾਲੇ ਮੋਰਗੇਜ ਨਹੀਂ ਅਪਰੂਵ ਹੋਈ, ਫੰਡਸ ਨਹੀਂ ਸੀ ਇਨਾਫ, ਜਾਂ ਫੰਡਸ ਨੂੰ ਇਕੱਠੇ ਕਰ ਰਹੇ ਸੀ ਕਿਸ ਤਰ੍ਹਾਂ, ਉਹਨਾਂ ਦੇ ਚਾਂਸਸ ਘੱਟ ਸੀ। ਸੋ ਮੋਸਟ ਲਾਈਕਲੀ ਕੈਸ਼ ਆਫਰ ਚੱਲਦੀਆਂ ਸੀ। ਤੇ ਹੁਣ ਪਿਛਲੇ 2-3 ਮਹੀਨਿਆਂ ਤੋਂ ਜਿਹੜੀ ਹੈ ਇਹ ਸ਼ਿਫਟ ਕਰ ਗਈ ਬਾਇਰਸ ਮਾਰਕੀਟ। ਬਾਇਰਸ ਮਾਰਕੀਟ ਹੋਣ ਦਾ ਫਾਇਦਾ ਹੈ, ਨੁਕਸਾਨ ਹੈ? ਕਿਉਂਕਿ ਮੈਂ ਜਦੋਂ ਵੀ ਬੋਰਡ ਦੇਖਦੀ ਹਾਂ ਉੱਤੇ ਰਿਡਿਊਸਡ ਕਰਕੇ ਪ੍ਰਾਈਸ ਲਿਖੀ ਹੁੰਦੀ ਹੈ। ਸੋ ਮਾਰਕੀਟ ਦੇ ਵਿੱਚ ਘਰ ਹੈਗੇ ਨੇ ਇਸ ਟਾਈਮ ਦੇ ਉੱਤੇ, ਕਿਉਂਕਿ ਇਹ ਵੀ ਹੈ ਕਿ ਸਪਲਾਈ ਤੇ ਜਦੋਂ ਡਿਮਾਂਡ ਦੀ ਗੱਲ ਆਉਂਦੀ ਹੈ ਤੇ ਡਿਮਾਂਡ ਕਿੰਨੀ ਕੁ ਹੈ, ਸਪਲਾਈ ਕਿੰਨੀ ਕੁ ਹੈ, ਮਾਰਕੀਟ ਦਾ ਇਸ ਵੇਲੇ ਕੀ ਹਾਲ ਹੈ? ਮਾਰਕੀਟ ਐਜ਼ ਅ ਸੈਡ ਥੋੜੀ ਜਿਹੀ ਹੁਣ ਡਾਊਨ ਆ ਗਈ ਹੈ, ਕਿਉਂਕਿ ਜਿਸ ਵੇਲੇ ਇੰਟਰਸਟ ਰੇਟ ਉੱਤੇ ਜਾਂਦੇ ਨੇ ਤੇ ਬਾਇਰਸ ਜਿਹੜੇ ਥੋੜੇ ਬੈਕ ਆਫ ਹੋ ਜਾਂਦੇ ਆ, ਜਾਂ ਤਾਂ ਕੁਆਲੀਫਾਈ ਨਹੀਂ ਹੁੰਦੇ, ਜਾਂ ਉਹ ਦੇਖਦੇ ਆ ਵੀ ਦੇਖੋ ਕੀ ਹੋ ਰਿਹਾ, ਵੇਟ ਨੂੰ ਆਚ ਵਾਲੀ ਗੇਮ ਹੋ ਜਾਂਦੀ ਹੈ। ਇਸ ਵਕਤ ਜਿਹੜੀ ਹੈ ਐਜ਼ ਅ ਸੈਡ ਕਿ ਮਾਰਕੀਟ ਸਲੋ ਹੋਈ ਆ। ਤੁਸੀਂ ਪੁੱਛਿਆ ਵੀ ਬਾਇਰਸ ਲਈ ਫਾਇਦਾ, ਡੈਫੀਨਿਟਲੀ ਬਾਇਰਸ ਲਈ ਬਹੁਤ ਫਾਇਦਾ ਹੈ ਇਸ ਵੇਲੇ, ਕਿਉਂਕਿ ਹੁਣ ਜਿਹੜੀ ਪ੍ਰਾਈਸਿਸ ਨੇ ਉਹ ਐਨੀਵੇਅਰ ਫਰਮ ਕਹਿ ਲਓ 1 ਲੱਖ ਤੋਂ ਲੈ ਕੇ 4-5 ਲੱਖ ਤੱਕ ਘਟ ਗਈਆਂ, ਡਿਪੈਂਡਿੰਗ ਔਨ ਦ ਪ੍ਰੋਪਰਟੀ। ਅਗੇਨ ਮੈਂ ਕਹਿਣਾ ਚਾਹੁੰਦਾ ਡਿਪੈਂਡਿੰਗ ਔਨ ਦ ਪ੍ਰੋਪਰਟੀ, ਹਰੇਕ ਪ੍ਰੋਪਰਟੀ ਤੇ 5 ਲੱਖ ਨਹੀਂ ਘਟਿਆ। ਇਹ ਜਿਸ ਤਰ੍ਹਾਂ ਤੁਸੀਂ ਹਾਈ ਨੰਬਰਸ ਜਾ ਰਹੇ ਹੋ, ਲੈਟਸ ਜਸਟ ਸੇ ਪ੍ਰੋਪਰਟੀਜ਼ ਆਰ ਵਰਥ 2.5 or 3.5 ਮਿਲੀਅਨ, ਉਸ ਹਿਸਾਬ ਦੇ ਨਾਲ ਪ੍ਰਾਈਸ ਜ਼ਿਆਦਾ ਘਟੀ ਆ। ਪਰ ਜੇ ਤੁਸੀਂ ਸੋਚੋ ਕਿ ਕੌਂਡੋ ਤੋਂ ਲੈ ਕੇ ਅਪ ਟੂ ਮਿਲੀਅਨ 1.5, ਉਸ ਹਿਸਾਬ ਨਾਲ ਉਹਦੀ ਪ੍ਰਾਈਸ ਥੋੜੀ ਘਟੀ ਹੈ। ਸੋ ਇਹ ਡਿਪੈਂਡ ਕਰਦਾ ਹੁੰਦਾ ਵੀ ਕਿਸ ਤਰ੍ਹਾਂ ਦਾ ਘਰ ਵਾ, ਪ੍ਰੋਪਰਟੀ ਕਿੰਨੀ ਵੱਡੀ ਆ, ਨਵਾਂ ਕਿੰਨਾ ਆ, ਬਣਿਆ ਹੋਇਆ ਕਿੰਨਾ ਸਾਈਜ਼ ਉਹਦਾ, ਸੋ ਸਾਰਾ ਕੁਝ ਏਰੀਆ ਵੀ ਕਿੱਥੇ ਹੈਗਾ। ਸਮਟਾਈਮਸ ਹੁਣ ਕਿਸੇ ਕੋਈ ਏਰੀਆ ਦੇ ਕੋਲ ਬੱਸ ਲੂਪਸ ਹੈਗੀਆਂ ਨੇ, ਸਕੂਲ ਹੈਗੇ ਆ, ਪਲੇਗਰਾਉਂਡ ਹੈਗੇ ਆ, ਉਹ ਮੋਸਟਲੀ ਐਕਸਪੈਂਸਿਵ ਹੁੰਦੀਆਂ ਨੇ। ਜਿੱਥੇ ਟਰਾਂਸਪੋਰਟ ਘੱਟ ਹੈਗੀ ਆ ਜਾਂ ਕੁਝ ਥੋੜਾ ਦੂਰ ਆ, ਉਹਦੀਆਂ ਘੱਟ ਹੋ ਜਾਂਦੀਆਂ। ਸੋ ਏਰੀਆ ਤੇ ਡਿਪੈਂਡ ਕਰਦਾ ਤੁਹਾਡੇ ਕਹਿਣ ਦੇ ਮੁਤਾਬਿਕ। ਡੈਫੀਨਿਟਲੀ ਜੀ। ਮੈਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਘਰ ਲੈ ਲਿਆ, ਉੱਥੇ ਮੈਨੂੰ ਇੰਨੇ ਦਾ ਸਸਤਾ ਮਿਲਿਆ, 2 ਲੱਖ ਸਸਤਾ ਲੈ ਲਿਆ, ਪਰ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਇਕੱਲਾ ਘਰ ਨਹੀਂ ਖਰੀਦਦੇ, ਤੁਸੀਂ ਏਰੀਆ ਵੀ ਖਰੀਦਦੇ ਹੋ, ਕਿਉਂਕਿ ਏਰੀਆ ਜਿਹੜਾ ਆ ਉਹਦੇ ਵਿੱਚ ਅਮੈਨਿਟੀਜ਼ ਕਿੰਨਾ ਸਾਫ਼ ਸੁਥਰਾ ਆ, ਕਿੱਦਾਂ ਦੇ ਲੋਕ ਰਹਿੰਦੇ ਉੱਥੇ, ਸੋ ਇਹ ਬਹੁਤ ਮੈਟਰ ਕਰਦਾ। ਬਿਲਕੁਲ। ਮੈਨੇ ਹੁਣ ਬਹੁਤ ਚੀਜ਼ਾਂ ਤੇ ਜਿਹੜੀਆਂ ਨੇ ਰਿਸਟ੍ਰਿਕਟ ਹੋਈਆਂ ਨੇ। ਹੁਣ ਫੈਡਰਲ ਗਵਰਨਮੈਂਟ ਨੇ ਵੀ ਕਿੰਨੇ ਰੂਲਸ ਲੈ ਕੇ ਆਉਂਦੇ ਸੀ, ਫਲਿੱਪ ਨਹੀਂ ਕਰ ਸਕਦੇ ਤੁਸੀਂ, ਹੋਰ ਬਹੁਤ ਕੁਝ ਚੀਜ਼ਾਂ ਜਿਹੜੀਆਂ ਉਹਨੇ ਵੀ ਇਫੈਕਟ ਕੀਤਾ ਆ। ਫਿਰ ਬਾਕੀ ਇਨਫਲੇਸ਼ਨ ਨੇ ਵੀ ਬਹੁਤ ਇਫੈਕਟ ਕੀਤਾ ਹੈ ਮਾਰਕੀਟ ਨੂੰ। ਪਰ ਹੁਣ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਬਾਇਰਸ ਵੀ ਤੁਹਾਡੇ ਕੋਲ ਆਉਂਦੇ ਹੈਗੇ, ਸੈਲਰਸ ਵੀ ਤੁਹਾਡੇ ਕੋਲ ਆਉਂਦੇ ਆ, ਮੋਸਟਲੀ ਕਿਹੜਾ ਕੁਐਸਚਨ ਜਿਹੜਾ ਤੁਹਾਡੇ ਤੋਂ ਪੁੱਛਿਆ ਜਾਂਦਾ ਉਹਨਾਂ ਦੇ ਵੱਲੋਂ? ਪਹਿਲਾਂ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਉੱਥੇ ਕਿ ਤੁਸੀਂ ਅਸਾਈਨ ਨਹੀਂ ਕਰ ਸਕਦੇ, ਫਲਿੱਪ ਨਹੀਂ ਕਰ ਸਕਦੇ। ਫਲਿੱਪਿੰਗ ਚੱਲਦੀ ਹੈ, ਪਰ ਪਹਿਲਾਂ ਸੀਗੀ ਕਿ ਤੁਸੀਂ ਕੋਈ ਵੀ ਜਿਹੜਾ ਕਾਊਂਟਰ ਸੀ ਅਸਾਈਨੇਬਲ ਸੀ, ਮੀਨਿੰਗ ਤੁਸੀਂ ਉਹਨੂੰ ਫਲਿੱਪ ਕਰ ਸਕਦੇ ਬਿਨਾਂ ਦੱਸੇ, ਸੈਲਰ ਨੂੰ ਦੱਸੇ ਬਿਨਾਂ। ਪਰ ਹੁਣ ਤੁਸੀਂ ਕਰ ਸਕਦੇ ਹੋ, ਉਹਦੇ ਵਿੱਚ ਕਾਲਮ ਨੇ, ਤੁਸੀਂ ਕ੍ਰਾਸ ਕਰ ਸਕਦੇ ਹੋ, ਇੱਕ ਫਾਰਮ ਨੇ, ਉਹਦੇ ਵਿੱਚ ਦੱਸ ਸਕਦੇ ਹੋ ਵੀ ਮੈਂ ਇਹੋ ਆਪਣੇ ਲੈਟਸ ਸੇ ਫੈਮਿਲੀ 'ਚ ਕਰ ਸਕਦਾ, ਕਿਸੇ ਐਡ ਕਰਨਾ, ਉਹਦੇ ਵਾਸਤੇ ਵੀ ਉਹ ਹੈਗਾ ਆ। ਸੋ ਅਸਾਈਨਮੈਂਟ ਹੈਗੀ, ਚੱਲਦੀ ਹੈ। ਬਿਕਾਜ਼ ਉਹ ਕੋਈ ਟਾਈਮ ਪੀਰੀਅਡ ਸੀਗੇ 1 ਸਾਲ 'ਚ ਨਹੀਂ ਕਰ ਸਕਦੇ, ਉਹ ਵੀ ਇਦਾਂ ਆ ਕਿ ਜਦੋਂ ਮਰਜ਼ੀ ਕਰ ਸਕਦੇ? ਨੋ, ਤੁਸੀਂ ਕਰ ਸਕਦੇ ਹੋ ਬਿਫੋਰ ਕੰਪਲੀਸ਼ਨ, ਤੁਸੀਂ ਕਰ ਸਕਦੇ ਹੋ, ਪਰ ਅਗੇਨ ਉਹਦੇ ਵਿੱਚ ਤੁਹਾਨੂੰ ਰਿਟਨ ਪਰਮਿਸ਼ਨ ਚਾਹੀਦੀ ਹੈ ਸੈਲਰਸ ਦੀ। ਹਾਂਜੀ। ਤੇ ਬਾਕੀ ਤੁਸੀਂ ਇੱਕ ਹੋਰ ਕੁਐਸਚਨ ਪੁੱਛਿਆ ਸੀਗਾ ਬਾਇਰ ਵਾਸਤੇ। ਬਾਇਰਸ ਪੁੱਛਦੇ ਨੇ ਡੈਫੀਨਿਟਲੀ, ਜਦੋਂ ਆਉਂਦੇ ਨੇ ਉਹ ਪੁੱਛਦੇ ਨੇ ਵੀ ਮੇਰੇ ਕੋਲ ਥੋੜ੍ਹੀ ਬਹੁਤ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ ਵੀ ਆਹ ਸਾਡੇ ਕੋਲ ਹੈਗਾ ਆ, ਇੰਨੇ ਕੁ ਜਾਣੇ ਅਸੀਂ ਹੈਗੇ ਆ, ਇੰਨੇ ਬੈਡਰੂਮ ਵਗੈਰਾ ਚਾਹੀਦੇ, ਕੀ ਮਿਲ ਸਕਦਾ ਸਾਨੂੰ। ਸੋ ਉਸ ਹਿਸਾਬ ਨਾਲ ਅਸੀਂ ਸਰਚ ਕਰੀਦੀ ਹੈ ਵੀ ਤੁਹਾਡੇ ਵਾਸਤੇ ਅਵੇਲੇਬਲ ਹੈਗਾ, ਆਹ ਏਰੀਆ 'ਚ ਹੋ ਸਕਦਾ ਆ। ਪਰ ਅਗੇਨ ਉਹ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਆਪਣੀ ਜਿਹੜੀ ਮੋਰਗੇਜ ਐਡਵਾਈਜ਼ਰ ਨੇ ਉਹਨਾਂ ਨਾਲ ਜਾ ਕੇ ਗੱਲ ਕਰੋ, ਤਾਂ ਕਿ ਉਹ ਤੁਹਾਨੂੰ ਦੱਸ ਸਕਣ ਵੀ ਤੁਹਾਨੂੰ ਕਿੰਨੇ ਫੰਡਸ ਮਿਲ ਸਕਦੇ ਆ ਬੈਂਕ ਵੱਲੋਂ। ਤੁਹਾਡੇ ਕੋਲ ਪੈਸੇ ਹੋ ਸਕਦੇ ਨੇ 5% ਵੀ ਹੋ ਸਕਦੇ ਨੇ, 20 ਵੀ ਹੋ ਸਕਦੇ, 50% ਵੀ ਹੋ ਸਕਦੇ ਨੇ ਤੁਹਾਡੇ ਕੋਲ ਪੈਸੇ, ਜਿਹੜੇ ਤੁਸੀਂ ਲੈਟਸ ਸੇ ਮਿਲੀਅਨ ਦੀ ਪ੍ਰੋਪਰਟੀ ਲੈਣੀ, 5 ਲੱਖ ਵੀ ਹੋ ਸਕਦਾ ਤੁਹਾਡੇ ਕੋਲ। ਪਰ ਉਹਦੇ ਵਿੱਚ ਕਈ ਤਰੀਕੇ, ਕਈ ਤਰ੍ਹਾਂ ਦੀਆਂ ਉਸੇ ਸਟੈਪਸ ਨੇ ਜਿਹੜੇ ਮੋਰਗੇਜ ਬ੍ਰੋਕਰ ਨੂੰ ਦੇਖਣੇ ਪੈਂਦੇ ਆ ਤੁਹਾਨੂੰ ਕੁਆਲੀਫਾਈ ਕਰਨ ਲਈ। ਸੋ ਅਸੀਂ ਪਹਿਲਾਂ ਹੀ ਉਹਨਾਂ ਨੂੰ ਸਲਾਹ ਦਿੰਦੇ ਵੀ ਪਹਿਲਾਂ ਆਪਣੇ ਮੋਰਗੇਜ ਬ੍ਰੋਕਰ ਨੂੰ ਮਿਲੋ ਤੇ ਪ੍ਰੀ ਅਪਰੂਵਲ ਕਰਵਾ ਲਓ।
ਪ੍ਰੀ ਅਪਰੂਵਲ ਜਿੰਨਾ ਚਿਰ ਹੁੰਦੀ ਨਹੀਂ ਉਹਨਾਂ ਚਿਰ ਰੈਲਟਰ ਕੋਲ ਜਾਣ ਦਾ ਫਾਇਦਾ ਨਹੀਂ। ਅਸੀਂ ਸਮਟਾਈਮਸ ਇਹ ਹੁੰਦਾ ਕਿ ਅਸੀਂ ਘਰ ਲੱਭਦੇ ਹੁੰਦੇ ਪਹਿਲਾਂ ਰੈਲਟਰ ਕੋਲ ਚਲ ਜਾਈਦਾ ਤੇ ਬਾਅਦ ਚ ਪਤਾ ਲੱਗਦਾ ਕਿ ਅਸੀਂ ਤਾਂ ਇੰਨੇ ਵਾਸਤੇ ਕੁਆਲੀਫਾਈ ਵੀ ਨਹੀਂ ਕਰਦੇ ਹੈਗੇ, ਕਿਉਂਕਿ ਅਲੱਗ-ਅਲੱਗ ਸਟੈਪਸ ਹੈਗੇ ਨੇ। ਮਾਰਗੇਜ ਵਾਲੇ ਨੇ ਮਾਰਗੇਜ ਦਾ ਕੰਮ ਕਰਨਾ ਹੈ, ਰੈਲਟਰ ਨੇ ਘਰ ਲੱਭ ਕੇ ਦੇਣਾ, ਉਹਨੂੰ ਦੇਖਣਾ ਕਿਹੜੀਆਂ-ਕਿਹੜੀਆਂ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ। ਹੁਣ ਮੰਨ ਲਓ ਫਸਟ ਟਾਈਮ ਹੋਮ ਬਾਇਰ ਆ ਕੋਈ, ਜਾਂ ਕੋਈ ਘਰ ਲੱਭ ਰਿਹਾ ਹੈਗਾ ਆ, ਉਹਨੇ ਪ੍ਰੀ ਅਪਰੂਵ ਜਿਹੜਾ ਆ ਉਹ ਕਰਵਾ ਲਿਆ ਹੈਗਾ, ਫਿਰ ਉਸ ਤੋਂ ਬਾਅਦ ਪਹਿਲਾ ਸਟੈਪ ਤੁਹਾਡੇ ਕੋਲੇ ਆ ਕੇ ਕਿੱਥੋਂ ਸ਼ੁਰੂਆਤ ਕਰਦੇ ਆ ਤੁਸੀਂ? ਕੀ ਉਹਨਾਂ ਨੂੰ ਸਲਾਹ ਦੇਣੀ ਚਾਹੁੰਦੇ ਆ ਕਿ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ? ਸੋ ਲੈਟਸ ਸਪੋਜ਼ ਕਿ ਕਿਸੇ ਕੋਲੇ ਜਿਵੇਂ ਤੁਸੀਂ ਕਿਹਾ ਕਿ 10% ਹੈਗਾ, ਸੋ 10% ਵਾਲੇ ਨੂੰ ਕੀ ਐਡਵਾਈਸ ਦੇਣੀ ਚਾਹੋਗੇ ਕਿ ਕੀ ਉਹਨਾਂ ਨੂੰ ਪਹਿਲਾ ਸਟੈਪ ਕਿਹੜਾ ਲੈਣਾ ਚਾਹੀਦਾ? ਉਹ ਪਹਿਲਾਂ ਤਾਂ ਸਾਨੂੰ ਅਸੀਂ ਉਹਨਾਂ ਨੂੰ ਕੁਐਸਚਨ ਡੈਫੀਨਿਟਲੀ ਪੁੱਛਦੇ ਹਾਂ ਵੀ ਕੀ ਚਾਹੀਦਾ ਹੈ। ਹੁਣ ਕੌਂਡੋ ਚਾਹੀਦਾ, ਟਾਊਨ ਹਾਊਸ ਚਾਹੀਦਾ, ਘਰ, ਪਰ ਮੈਜੋਰਟੀ ਆਪਣੇ ਕਮਿਊਨਿਟੀ ਵਿੱਚ ਹੁੰਦਾ ਮੈਂ ਘਰ ਲੈਣਾ, ਪਰ ਇਹ ਕਈ ਵਾਰ ਡਿਸਪਾਇੰਟਮੈਂਟ ਹੁੰਦੀ ਹੈ ਕਿ ਘਰ ਉਹ ਲੈ ਨਹੀਂ ਸਕਦੇ ਕਿਉਂਕਿ ਫੰਡਸ ਇਨਫ ਨਹੀਂ, ਜਾਂ ਉਹਨਾਂ ਦਾ ਕੰਮ ਕਰ ਇੰਨਾ ਵਧੀਆ ਨਹੀਂ ਕਿ ਉਹਨਾਂ ਦੀ ਇਨਕਮ ਇੰਨੀ ਹੋਵੇ। ਸੋ ਉਹਨਾਂ ਨੂੰ ਏਰੀਆ ਬਾਰੇ ਹੀ ਪੁੱਛੀਦਾ, ਤੁਸੀਂ ਕਿਹੜੇ ਏਰੀਆ 'ਚ, ਕਿਉਂਕਿ ਅਗਲੇ ਨੂੰ ਹੁੰਦਾ ਵੀ ਇੱਥੇ ਸੋ ਰਹਿੰਦਾ, ਮੈਂ ਇੱਥੇ ਹੀ ਰਹਿਣਾ ਆ, ਜਾਂ ਇੱਥੇ ਮੇਰੇ ਲਾਗੇ ਚਰਚ ਆ, ਗੁਰਦੁਆਰਾ ਆ, ਮੰਦਿਰ ਆ। ਸੋ ਸਾਰਾ ਕੁਛ ਵੀ ਬਹੁਤ ਮੈਟਰ ਕਰਦਾ। ਸੋ ਜਿਸ ਤਰੀਕੇ ਨਾਲ ਸਾਨੂੰ ਦੱਸਦੇ ਨੇ ਉਸ ਏਰੀਆ 'ਚ ਅਸੀਂ ਸਰਚ ਕਰਕੇ ਦੱਸੀਦੇ ਵੀ ਤੁਹਾਡੇ ਵਾਸਤੇ ਵੀ ਆਹ ਚੀਜ਼ ਮਿਲ ਸਕਦੀ ਹੈ। ਸੋ ਇਹ ਹੈ ਕਿ ਸਾਰਿਆਂ ਦੀਆਂ ਕੰਡੀਸ਼ਨਸ ਡਿਫਰੈਂਟ ਹੈ। ਇਹ ਨਹੀਂ ਕਿ ਮੈਂ ਤੁਹਾਡੇ ਕੋਲ ਆ ਕੇ ਕਹਾਂ ਕਿ ਮੇਰੇ ਗੁਆਂਢੀ ਨੂੰ ਤੁਸੀਂ ਘਰ ਲੈ ਕੇ ਦਿੱਤਾ ਸੀ, ਹੁਣ ਮੈਨੂੰ ਵੀ ਉਦਾਂ ਦਾ ਘਰ ਲੈ ਕੇ ਦਿਓ। ਮੇ ਬੀ ਮੇਰੀ ਇਨਕਮ ਡਿਫਰੈਂਟ ਹੋ ਸਕਦੀ ਹੈ, ਮੇ ਬੀ ਮੇਰੀਆਂ ਰਿਕੁਆਇਰਮੈਂਟਸ ਡਿਫਰੈਂਟ ਹੋ ਸਕਦੀਆਂ ਨੇ। ਸੋ ਸਾਰਿਆਂ ਦੀਆਂ ਆਪਣੀਆਂ ਰਿਕੁਆਇਰਮੈਂਟ ਹੁੰਦੀਆਂ ਨੇ। ਹੁਣ ਹਰ ਕੋਈ ਤੁਹਾਨੂੰ ਇਹ ਵੀ ਬਹੁਤ ਪੁੱਛਦੇ ਹੋਣੇ ਆ ਕਿ ਘਰ ਲੈਣ ਦਾ ਸਹੀ ਸਮਾਂ ਕਦੋਂ ਆ, ਕਿਉਂਕਿ ਜਦੋਂ ਅਸੀਂ ਪਿਛਲੇ ਟਾਈਮ 'ਚ ਦੇਖਦੇ ਸੀਗੇ ਕਿ ਬਹੁਤ ਜ਼ਿਆਦਾ ਘਰ ਮਹਿੰਗੇ ਸੀ, ਕਹਿੰਦੇ ਅੱਜ ਹੀ ਲੈ ਲਓ, ਹੁਣ ਇਹ ਤੋਂ ਬਾਅਦ ਘਰ ਨਹੀਂ ਮਿਲਣੇ। ਫਿਰ ਉਸ ਤੋਂ ਬਾਅਦ ਜਦੋਂ ਫੇਰ ਮਾਰਕੀਟ ਹੁਣ ਠੰਡੀ ਹੋਈ ਹੈ, ਹੁਣ ਕਹਿੰਦੇ ਆ ਹੁਣ ਬਾਇਰਸ ਮਾਰਕੀਟ ਆ, ਹੁਣ ਘਰ ਲੈ ਲਓ। ਪਰ ਕਦੋਂ ਤੱਕ ਉਡੀਕਣਾ ਚਾਹੀਦਾ? ਕਿਉਂਕਿ ਅੱਜ ਜੇ ਅਸੀਂ ਘਰ ਲੈਂਦੇ ਆ ਤਾਂ ਸੋਚਦੇ ਆ ਸਤੰਬਰ 'ਚ ਲਵਾਂਗੇ, ਸਤੰਬਰ 'ਚ ਹੁਣ ਇੰਟਰਸਟ ਰੇਟ ਵੱਧ ਜਾਣੇ ਆ। ਕਿਹੜਾ ਟਾਈਮ ਵਧੀਆ ਹੋ ਸਕਦਾ ਘਰ ਲੈਣ ਦੇ ਲਈ? ਵਧੀਆ ਤਾਂ ਘਰ ਲੈਣ ਦਾ ਟਾਈਮ ਅੱਜ ਹੀ ਕਹਿ ਲਓ, ਕਿਉਂਕਿ ਅੱਜ ਜੇ ਤੁਹਾਡੇ ਕੋਲ ਜੌਬ ਹੈਗੀ ਆ, ਤੁਸੀਂ ਤੁਹਾਡੀ ਇਨਕਮ ਸੋਹਣੀ ਆ, ਪਹਿਲਾਂ ਵੀ ਤੁਹਾਨੂੰ ਮੈਂਸ਼ਨ ਕੀਤਾ, ਫੰਡਸ ਇਨਫ ਨੇ, ਕਿਉਂਕਿ ਕੱਲ ਦਾ ਕੁਝ ਨਹੀਂ ਪਤਾ, ਕੱਲ ਦਾ ਤੁਹਾਡੇ ਕੋਲ ਕੋਈ ਐਮਰਜੈਂਸੀ ਆ ਗਈ, ਕੋਈ ਫੰਡਸ ਤੁਹਾਡੇ ਲੱਗ ਗਏ, ਫਿਰ ਤੁਸੀਂ ਸ਼ਾਇਦ ਸਾਲ ਵੇਟ ਕਰੋਗੇ ਜੇ ਕਿਤਾ। ਸੋ ਮੇਰਾ ਕਹਿਣ ਦਾ ਮਤਲਬ, ਜੇ ਤੁਹਾਡੇ ਕੋਲ ਅੱਜ ਸਾਰੀਆਂ ਰਿਕੁਆਇਰਮੈਂਟਸ ਜੋ ਘਰ ਲੈਣ ਵਾਲੀਆਂ ਹੈਗੀਆਂ ਨੇ, might as well start searching today। ਬਿਲਕੁਲ, ਜਦੋਂ ਤੁਹਾਡੇ ਦਿਮਾਗ 'ਚ ਥਾਟ ਆ ਗਿਆ ਕਿ ਮੈਂ ਘਰ ਲੈਣਾ, ਉਹੀ ਰਾਈਟ ਸਮਾਂ। I think so, right? Definitely। ਸੋ ਬਿਲਕੁਲ, ਜੇ ਅੱਜ ਸੋਚਦੇ ਆ ਕਿ ਨਹੀਂ ਹੁਣ ਮੇਰੇ ਕੋਲੇ ਫੰਡਸ ਵੀ ਇਨਫ ਹੈ, ਮੇਰੀ ਇਨਕਮ ਵੀ ਵਧੀਆ, ਤੇ ਅੱਜ ਹੀ ਸਰਚ ਕਰਨੀ ਸਟਾਰਟ ਕਰ ਦਿਓ। ਮਾਰਗੇਜ ਕੋਲ ਜਾਓ, ਪਹਿਲਾਂ ਮਾਰਗੇਜ ਅਪਰੂਵ ਕਰਾਓ ਤੇ ਫਿਰ ਤੁਸੀਂ ਰੈਲਟਰ ਕੋਲ ਜਾ ਸਕਦੇ ਹੋ। ਹੁਣ ਤੁਸੀਂ ਮਾਰਕੀਟ ਦੇ ਵਿੱਚ ਰਹਿੰਦਿਆਂ ਨੂੰ ਕਾਫੀ ਟਾਈਮ ਹੋ ਗਿਆ, ਐਕਸਪੀਰੀਅੰਸ ਤੁਹਾਡਾ ਬੜਾ ਵਧੀਆ ਹੋ ਗਿਆ। ਹੁਣ ਹਮੇਸ਼ਾ ਡਿਮਾਂਡ ਤੇ ਸਪਲਾਈ ਦਾ ਰੌਲਾ ਪਿਆ ਰਹਿੰਦਾ ਹੈ ਕਿ ਅੱਛਾ ਡਿਮਾਂਡ ਵੱਧ ਗਈ ਹੈਗੀ ਆ, ਹੁਣ ਘਰ ਨਹੀਂ ਬਣ ਰਹੇ ਹੈਗੇ, ਅਫੋਰਡੇਬਿਲਿਟੀ ਦੀ ਸਮੱਸਿਆ ਆ ਜਾਂਦੀ। ਤੁਹਾਨੂੰ ਕੀ ਲੱਗਦਾ ਕਿ ਇਹ ਇਕੁਏਸ਼ਨ ਕਦੋਂ ਐਂਡ ਹੋਊਗੀ? ਕਿਉਂਕਿ ਸਮਟਾਈਮਸ ਹੁੰਦਾ ਹੈ ਕਿ ਘਰ ਫਿਰ ਜਦੋਂ ਘਰ ਕਿਸੇ ਨੇ ਖਰੀਦਣਾ ਹੋਵੇ ਜਾਂ ਕਿਸੇ ਨੇ ਵੇਚਣਾ ਹੋਵੇ, ਹੁਣ ਕੋਈ ਕਿਸੇ ਨੇ ਕਈਆਂ ਲੋਕਾਂ ਨੂੰ ਮੈਂ ਜਾਣਦੀ ਹਾਂ ਪਰਸਨਲੀ ਕਿ ਉਹਨਾਂ ਨੇ ਘਰ ਜਿਹੜੇ ਈਵਨ ਅਪਾਰਟਮੈਂਟਸ ਵੀ 7-7 ਲੱਖ ਦੀਆਂ ਲਾਈਆਂ ਹੋਈਆਂ ਸੀ, ਤੇ ਜਦੋਂ ਹੀ ਇਹ ਮਾਰਕੀਟ ਠੰਡੀ ਹੋਈ ਉਦੋਂ ਹੀ ਫੱਟੇ ਹਟਾ ਲਏ ਵੀ ਨਹੀਂ ਅਸੀਂ ਨਹੀਂ ਵੇਚਣੀ ਹੈਗੇ ਘਰ। ਸੋ ਇਹ ਜਦੋਂ ਅਸੀਂ ਘਰਾਂ ਦੀ ਗੱਲ ਕਰਦੇ ਕਿ ਘਰ ਹੁਣ ਵੇਚਣੇ ਹੈਗੇ ਆ, ਉਹ ਕਦੋਂ ਤੁਹਾਨੂੰ ਲੱਗਦਾ ਕਿ ਕਦੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਥੋੜਾ ਠੰਡਾ ਰਹਿੰਦਾ ਪਰ ਬਹੁਤ ਥੱਲੇ ਨਹੀਂ ਡਿੱਗਦਾ, ਕਿ ਕਿਸੇ ਨੂੰ ਨੁਕਸਾਨ ਝੱਲਣਾ ਪਿਆ ਹੋਵੇ ਕਦੇ? ਹਾਂਜੀ, ਬਹੁਤ ਲੋਕਾਂ ਨੂੰ ਚੱਲਣਾ ਪਿਆ, ਸਪੈਸ਼ਲੀ ਜਿਸ ਤਰ੍ਹਾਂ ਦੀ ਮਾਰਕੀਟ ਥੱਲੇ ਆ ਜਾਂਦੀ ਹੈ, ਤੁਸੀਂ ਪ੍ਰਾਈਸਿਸ ਹਾਈ ਪੇ ਕੀਤੀਆਂ ਹੁੰਦੀਆਂ, ਫਰਕ ਪੈਂਦਾ। ਮੈਂ ਇਹੀ ਕਹਿਣਾ ਹੁੰਦਾ ਵੀ ਆਪਣੇ ਚਾਦਰ ਆਪਣੀ ਦੇਖ ਕੇ ਪੈਰ ਪਸਾਰਿਆ ਕਰੋ, ਕਿਉਂਕਿ ਇੱਕ ਪਰਸਨ ਹੋ ਸਕਦਾ ਜਿਹਦੇ ਕੋਲ ਇਜ਼ ਅ ਮਲਟੀ ਮਿਲੀਅਨਰ, 4-5 ਪ੍ਰਾਪਰਟੀਆਂ ਰੱਖੀਆਂ, ਅਫੋਰਡ ਕਰ ਸਕਦਾ। ਇੱਕ ਮੇਰੇ ਵਰਗਾ ਚ ਹੋਰ ਕਵੇ ਵੀ ਮੈਂ ਹਾਲੇ 5 ਸਾਲ ਹੋਏ ਮੈਨੂੰ ਆਏ ਨੇ, ਤਾਂ ਮੈਂ ਇਹਦਾ ਮੁਕਾਬਲਾ ਕਰਨਾ ਬਹੁਤ ਔਖਾ ਹੈ। ਸੋ ਮੈਂ ਇਹੀ ਕਹਿੰਦਾ ਹੁੰਦਾ ਵੀ ਆਪਣਾ ਪਹਿਲਾਂ ਦੇਖੋ ਤੁਸੀਂ ਤੁਹਾਡੀ ਅਫੋਰਡੇਬਿਲਿਟੀ ਕਿੰਨੀ ਕੁ ਹੈਗੀ, ਉਸ ਹਿਸਾਬ ਨਾਲ ਤੁਸੀਂ ਪੈਰ ਪਸਾਰੋ। ਹੁਣ ਕਈ ਲੈ ਲੈਂਦੇ ਆ ਵੀ ਚਲੋ ਪ੍ਰੀ ਸੇਲ ਲੈ ਲਈਏ, ਆਪਾਂ ਸ਼ਾਇਦ ਗਾਹ ਵੀ ਗੱਲ ਕਰਾਂਗੇ ਇਹਦੇ ਬਾਰੇ, ਤੇ ਅਸੀਂ ਵੇਚ ਦੇਣਾ, ਅਸੀਂ ਫਲਿੱਪ ਕਰ ਦੇਵਾਂਗੇ, 2 ਸਾਲਾਂ ਦੇ ਵਿੱਚ ਫਲਿੱਪ ਹੋ ਜਾਊਗਾ। ਵਾਟ ਇਫ ਜੇ ਮਾਰਕੀਟ ਥੱਲੇ ਆ ਗਈ, ਤੁਹਾਡੇ ਕੋਲ ਪਲਾਨ ਬੀ ਹੈਗਾ? ਪਲਾਨ ਬੀ ਮਤਲਬ ਵੀ ਤੁਸੀਂ ਉਹਨੂੰ ਕੰਪਲੀਟ ਕਰ ਸਕਦੇ ਹੋ। ਹੁਣ ਤਾਂ ਅਸੀਂ ਸੋਚ ਲਿਆ ਵੀ ਅਸੀਂ 5% ਜਾਂ 10% ਦੇ ਕੇ ਘਰ ਰੋਕ ਲਿਆ, ਕੌਂਡੋ ਰੋਕ ਲਿਆ, ਸਾਡੇ ਨਾਂ ਹੋ ਜਾਣਾ ਜੀ, ਪਰ ਤੁਹਾਡੇ ਕੋਲ ਇਨਾਫ ਫੰਡਸ ਹੋਣਗੇ, ਉਦੋਂ ਤੱਕ ਤੁਸੀਂ ਇਨਾਫ ਸੇਵ ਕਰ ਸਕਦੇ ਹੋ, ਉਦੋਂ ਤੱਕ ਤੁਹਾਡੀ ਜੌਬ ਸਹੀ ਰਹੂਗੀ,
ਤੁਸੀਂ ਜੌਬ ਤਾਂ ਨਹੀਂ ਚੇਂਜ ਕਰਨੀ ਸੋ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਚਾਹੀਦੀਆਂ ਆ ਤਾਂ ਕਿ ਤੁਸੀਂ ਮਾੜੇ ਹਾਲਾਤਾਂ ਦੇ ਵਿੱਚ ਹੀ ਸਰਵਾਈਵ ਕਰ ਸਕੋ। ਦੈਟਸ ਅ ਗੁੱਡ ਐਡਵਾਈਸ ਕਿ ਜਦੋਂ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਇਹ ਕਰ ਲਵਾਂਗੇ। ਹਾਂ, ਮੈਨੂੰ ਲੱਗਦਾ ਪ੍ਰੀ ਸੇਲ ਉਹਨਾਂ ਲਈ ਸਹੀ ਹੋ ਸਕਦੀ ਹੈ ਜਿਨ੍ਹਾਂ ਨੇ ਸ਼ਾਇਦ ਹਜੇ ਇੱਥੇ ਉੱਦਾਂ ਰੈਂਟ ਤੇ ਰਹਿ ਰਹੇ ਹੈਗੇ ਨੇ ਤੇ ਉਹਨਾਂ ਨੂੰ ਪਤਾ ਕਿ ਮੇਰੇ ਕੋਲ ਜੌਬ ਵੀ ਹੋਣੀ ਹੈ, ਜਾਂ ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰ ਦੇਣਗੇ, ਜਾਂ ਮੈਨੂੰ ਮੇਰੀ ਫੈਮਿਲੀ ਸਪੋਰਟ ਕਰ ਦੂਗੀ, ਮੇਰੇ ਕੋਲੇ ਡਾਊਨ ਹੋਊਗੀ ਜਾਂ ਕੁਝ ਵੀ। ਤੁਹਾਨੂੰ ਪਹਿਲਾਂ ਮੈਨੂੰ ਲੱਗਦਾ ਕੈਲਕੂਲੇਸ਼ਨ ਕਰਨੀ ਚਾਹੀਦੀ ਹੈ, ਜਿਵੇਂ ਤੁਸੀਂ ਦੱਸ ਰਹੇ ਸੀ ਮੈਨੂੰ। ਡੈਫੀਨਿਟਲੀ ਕੈਲਕੂਲੇਸ਼ਨ ਐਜ਼ ਅ ਸਰ ਵੀ ਫਿਊਚਰ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਠੀਕ ਹੈ ਜੀ, ਰੱਬ ਨਾ ਕਰੇ ਤੁਹਾਨੂੰ 60 ਫੀਟ ਲੱਗ ਗਈ, ਤੁਸੀਂ ਕੰਮ ਕਰ ਨਹੀਂ ਸਕਦੇ, ਤੁਸੀਂ ਸੇਵਿੰਗ ਨਹੀਂ ਕਰ ਸਕਦੇ, ਤੁਹਾਡੇ ਹੋਰ ਮੈਂਬਰਾਂ ਦੇ ਉੱਤੇ ਭਾਰ ਆ ਗਿਆ ਹੈ, ਪਰ ਉਹ ਵੀ ਇੰਨੇ ਵਧੀਆ ਉਹਨਾਂ ਕੋਲ ਕੰਮ ਹੈ ਨਹੀਂ। ਸੋ ਮੈਂ ਇਹ ਨਹੀਂ ਕਹਿੰਦਾ ਮਾੜੇ ਨੇ, ਪ੍ਰੀਸੇਲ ਖਰੀਦਣੇ ਬਹੁਤ ਵਧੀਆ ਕਿਉਂਕਿ ਗਾਂ ਤੋਂ ਗਾਂ ਪ੍ਰਾਈਸਾਂ ਵਧੀ ਵੀ ਜਾਣੀਆਂ ਆ। ਇਟਸ ਨਾ ਕਿ ਹੁਣ ਇੰਟਰਸਟ ਰੇਟ ਵਧੇ ਕਰਕੇ ਪ੍ਰਾਈਸਾਂ ਘੱਟ ਗਈਆਂ, ਪਰ ਜਿਹੜੀ ਕਾਸਟ ਆਫ ਬਿਲਡਿੰਗ ਆ ਉਹ ਸਟਿਲ ਉੱਥੇ ਦੀ ਉੱਥੇ ਆ, ਸ਼ਾਇਦ ਗਾਂ ਹੋਰ ਵੀ ਵਧੀ ਜਾਣੀ ਹੈ, ਇਨਫਲੇਸ਼ਨ ਚੱਲੇ ਆਉਂਦੀ ਆ। ਸੋ ਕਿਸੇ ਨੇ ਘਾਟੇ ਤੇ ਤਾਂ ਵੇਚਣੇ ਨਹੀਂ, ਕੋਈ ਡਿਵੈਲਪਰ ਹੋਊਗਾ 4 ਪੈਸੇ ਬਣਾਉਣ ਲਈ ਵੇਚੂਗਾ। ਸੋ ਆਬਵੀਅਸਲੀ ਪ੍ਰਾਈਸਿਸ ਤਾਂ ਵਧੀ ਜਾਣੀਆਂ ਕਿਉਂਕਿ ਲਾਸਟ ਮੈਂ 30 years ਤੋਂ ਦੇਖ ਰਿਹਾ ਇੱਥੇ ਕਿ ਪ੍ਰਾਈਸਿਸ ਵਧੀਆਂ ਨੇ, ਘਟੀਆਂ ਬਹੁਤ ਘੱਟ। ਬਿਲਕੁਲ, ਪਹਿਲਾਂ ਜਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਅਸੀਂ ਕੁਝ $1000 ਦਾ ਘਰ ਲਿਆ, ਫਿਰ ਕਹਿੰਦੇ ਸੀ ਨਹੀਂ ਅਸੀਂ ਉਹ ਬਹੁਤ ਮਹਿੰਗਾ ਹੋ ਗਿਆ, 100,000 ਦਾ ਘਰ ਹੋ ਗਿਆ, ਫਿਰ 150,000 ਦਾ ਘਰ ਹੋ ਗਿਆ। ਹੁਣ ਮਿਲੀਅਨ ਦਾ ਘਰ ਵੀ ਇਦਾਂ ਲੱਗਦਾ ਕਿ ਨਹੀਂ ਬਹੁਤ ਕੁਝ ਵੀ ਨਹੀਂ, ਮਿਲੀਅਨ ਦਾ ਘਰ ਕੀ ਹੁੰਦਾ ਹੈ। ਸੋ ਇਹ ਹਮੇਸ਼ਾ ਰੀਅਲ ਸਟੇਟ ਦੇ ਵਿੱਚ ਹਮੇਸ਼ਾ ਘਰ ਵਧੇ ਹੀ ਆ, ਘਟੇ ਨਹੀਂ। ਪਰ ਹਾਂ ਇੱਕ ਪੀਰੀਅਡ ਆਉਂਦਾ, ਕੂਲ ਪੀਰੀਅਡ, ਰਿਸੈਸ਼ਨ ਦੀ ਗੱਲ ਹੋ ਰਹੀ ਹੈ ਜੀ ਵਿੱਚ ਦੀ, ਕਿ ਸ਼ਾਇਦ ਰਿਸੈਸ਼ਨ ਦੇ ਵਿੱਚ ਅਸੀਂ ਆਲਰੇਡੀ ਚਲੇ ਗਏ ਹਾਂ। ਕਈ ਜਿਹੜੇ ਇਕੋਨੋਮਿਸਟ ਹੈਗੇ ਨੇ ਉਹ ਕਹਿੰਦੇ ਆ ਕਿ ਨਹੀਂ ਰਿਸੈਸ਼ਨ ਆਉਣ ਵਾਲਾ, ਕੋਈ ਕਹਿੰਦਾ ਕਿ ਨਹੀਂ ਆਊਗਾ ਰਿਸੈਸ਼ਨ ਕਿਉਂਕਿ ਬੈਂਕ ਆਫ ਕੈਨੇਡਾ ਨੇ ਸੰਭਾਲ ਲੈਣਾ, ਕਿਉਂਕਿ ਬਹੁਤੇ ਲੋਕਾਂ ਨੇ 8-8, 9% ਵੀ ਵਿਆਜ ਦੇਖਿਆ ਆ, ਇੰਟਰਸਟ ਰੇਟ ਦੇਖਿਆ, ਅਜੇ ਤਾਂ ਕੁਝ ਵੀ ਨਹੀਂ ਹੈਗਾ। ਸੋ ਅੱਗੇ ਹੋਰ ਵੀ ਵੱਧ ਸਕਦਾ। ਇੰਟਰਸਟ ਰੇਟ ਅੱਗੇ ਵਧਣ ਦੇ ਨਾਲ ਮਾਰਕੀਟ ਤੇ ਅਸਰ ਪਊਗਾ ਜੇ ਅੱਗੇ ਸਤੰਬਰ 'ਚ ਹੋਰ ਵੱਧਦੇ ਆ? ਹਾਂਜੀ, ਉਹਦੇ ਨਾਲ ਡੈਫੀਨਿਟਲੀ ਪੈਂਦਾ ਕਿਉਂਕਿ ਜਿਹੜੀ ਬੋਰਿੰਗ ਕਰਨ ਦੀ ਪਾਵਰ ਘੱਟ ਜਾਂਦੀ ਹੈ ਬੈਂਕ ਕੋਲ। ਹੁਣ ਹਰੇਕ ਕੋ ਕੈਸ਼ ਹੈ ਨਹੀਂ ਜਿਹੜਾ ਵੀ ਅਸੀਂ ਕੈਸ਼ ਜਾ ਕੇ ਘਰ ਖਰੀਦ ਲਈਏ, ਸਾਨੂੰ ਬੈਂਕ ਕੋਲ ਜਾਣਾ ਹੀ ਪੈਂਦਾ। ਸੋ ਜਿਸ ਤਰੀਕੇ ਨਾਲ ਇੰਟਰਸਟ ਰੇਟ ਵਧੀ ਜਾਂਦੇ ਆ, ਤੁਹਾਡੀ ਜਿਹੜੀ ਬੋਰਿੰਗ ਪਾਵਰ ਘਟੀ ਜਾਂਦੀ ਹੈ। ਤੁਹਾਡੀ ਇਨਕਮ ਤਾਂ ਉਨੀ ਆ, ਠੀਕ ਹੈ ਜੀ, ਤੁਹਾਡੇ ਕੋਲ ਸ਼ਾਇਦ ਤੁਸੀਂ 10,000 ਹੋਰ ਜਮ੍ਹਾਂ ਕਰ ਲਿਆ ਹੋਊਗਾ, ਪਰ ਇੰਨਾ ਨਹੀਂ ਕਰ ਸਕੇ ਕਿ ਤੁਸੀਂ ਉਹਨੂੰ ਕੰਪੀਟ ਕਰ ਸਕੋ, ਉਹਦੇ ਨਾਲ ਕੰਪੇਅਰ ਕਰ ਸਕੋ। ਸੋ ਡੈਫੀਨਿਟਲੀ ਫਰਕ ਤਾਂ ਪੈਂਦਾ ਜੀ। ਬਿਲਕੁਲ। ਤੇ ਨਾਲ ਹੁਣ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਹੁਣ ਮੰਨ ਲਓ ਕਿਸੇ ਨੇ ਘਰ ਲੈ ਲਿਆ, ਮੌਰਗੇਜ ਵੀ ਉਹਦੀ ਅਪਰੂਵ ਹੋ ਗਈ। ਹੁਣ ਜਦੋਂ ਅਸੀਂ ਮੌਰਗੇਜ ਅਪਰੂਵ ਹੋ ਗਈ, ਘਰ ਵੀ ਪਸੰਦ ਆ ਗਿਆ, ਹੁਣ ਉਸ ਤੋਂ ਬਾਅਦ ਕਿੰਨੀਆਂ ਕੰਡੀਸ਼ਨਸ ਹੁੰਦੀਆਂ ਨੇ ਘਰ ਖਰੀਦਣ ਦੀਆਂ ਜਾਂ ਘਰ ਦੇਖਣ ਦੀਆਂ ਵੀ ਹਾਂ ਹੁਣ ਇਹ ਘਰ ਜਿਹੜਾ ਆ ਉਹ ਮੈਂ ਲੈ ਲੈਣਾ। ਤੇ ਉਸ ਤੋਂ ਬਾਅਦ ਇਹ ਨਹੀਂ ਕਿ ਹੁਣ ਘਰ ਲੈ ਲਿਆ ਤੇ ਡਨ, ਸਾਈਨ ਕਰਤੇ, ਕਲੋਜ਼ਿੰਗ ਕਰਤੀ, ਡਨ। ਉਦੋਂ ਪਹਿਲਾਂ ਵੀ ਕੋਈ ਕੰਡੀਸ਼ਨਸ ਹੁੰਦੀਆਂ ਨੇ? ਕੰਡੀਸ਼ਨਸ ਦੇਖੋ, ਇੱਕ ਪ੍ਰੋਸੈਸ ਆ ਘਰ ਖਰੀਦਣ ਦਾ, ਠੀਕ ਹੈ ਜੀ। ਪਹਿਲਾਂ ਤੁਸੀਂ ਸਰਚ ਕਰਾਂਗੇ, 5-7-10 ਘਰ ਦੇਖਾਂਗੇ, ਕੰਪੇਅਰ ਕਰਾਂਗੇ ਕਿਹੜਾ ਸੂਟੇਬਲ ਆ ਸਾਨੂੰ ਉਸ ਫੈਮਿਲੀ ਵਾਸਤੇ ਜਾਂ ਉਸ ਫੈਮਿਲੀ ਨੂੰ, ਉਹ ਦੇਖਾਂਗੇ। ਸੋ ਫਾਈਨਲੀ ਜਿਹੜੇ ਉਹ ਡਿਸਾਈਡ ਕਰਦੇ ਨੇ, ਉਹਦੇ ਵਿੱਚ ਜਦੋਂ ਬਿਜ਼ੀ ਮਾਰਕੀਟ ਦੇ ਵਿੱਚ ਤਾਂ ਕੈਸ਼, ਪਹਿਲਾਂ ਤੁਹਾਨੂੰ ਦੱਸਿਆ ਕੈਸ਼ ਆਫਰ ਚੱਲਦੀਆਂ ਸੀ, ਕੋਈ ਕੰਡੀਸ਼ਨ ਨਹੀਂ ਸੀ ਪਾ ਸਕਦੇ। ਪਰ ਹੁਣ ਐਜ਼ ਜਿੱਦਾਂ ਬਾਇਰ ਦੀ ਮਾਰਕੀਟ ਹੋ ਜਾਂਦੀ ਹੈ, ਤੇ ਉਹਦੇ ਵਿੱਚ ਜੇ ਤੁਸੀਂ ਬਾਇੰਗ ਵਾਲੀ ਕੰਡੀਸ਼ਨ ਦੀ ਗੱਲ ਕਰਦੇ ਹੋ ਤੇ ਡੈਫੀਨਿਟਲੀ ਉਹਦੇ ਵਿੱਚ 4-5 ਹੁੰਦੀਆਂ ਨੇ ਬੇਸਿਕਲੀ ਅਸੀਂ ਪਾਉਂਦੇ ਹਾਂ। ਉਹਦੇ ਵਿੱਚ ਇੰਸ਼ੋਰੈਂਸ ਦਾ, ਮੌਰਗੇਜ, ਪ੍ਰੋਪਰਟੀ ਡਿਸਕਲੋਜ਼ਰ ਸਟੇਟਮੈਂਟ, ਟਾਈਟਲ ਹੋ ਗਿਆ ਤੇ ਇੰਸਪੈਕਸ਼ਨ ਹੋ ਗਈ। ਸੋ ਇਹ ਆਪਾਂ ਰੈਗੂਲਰ ਪਾਉਂਦੇ ਹਾਂ। ਸੋ ਉਹ ਕੰਡੀਸ਼ਨਸ ਨੇ ਘਰ ਵਾਸਤੇ, ਤਾਂ ਕਿ ਤੁਸੀਂ ਮੌਰਗੇਜ ਵੀ ਤੁਹਾਨੂੰ ਮਿਲ ਜਾਵੇ ਉਸ ਟਾਈਮ ਫਰੇਮ ਦੇ ਵਿੱਚ, ਜਿਹੜਾ ਤੁਸੀਂ 1 ਵੀਕ ਜਾਂ 2 ਵੀਕ ਸੈਲਰ ਤੋਂ ਮੰਗੇ ਹੋਏ ਨੇ। ਉਹਦੇ ਵਿੱਚ ਤੁਸੀਂ ਇੰਸਪੈਕਸ਼ਨ ਵੀ ਕਰ ਲਓ ਤਾਂ ਕਿ ਤੁਹਾਡੀ ਸੈਟਿਸਫੈਕਸ਼ਨ ਹੋ ਜਾਵੇ। ਘਰ ਦੇ ਵਿੱਚ ਬਾਹਲੀ ਮੇਜਰ ਕੋਈ ਖਰਾਬੀ ਤਾਂ ਨਹੀਂ ਹੈਗੀ। ਇੰਸ਼ੋਰੈਂਸ ਪ੍ਰੋਪਰਟੀ 'ਤੇ ਮਿਲ ਸਕਦੀ ਆ, ਮੈਜੋਰਟੀ 'ਤੇ ਮਿਲ ਜਾਂਦੀ ਹੈ, ਪਰ ਕਈ ਵਾਰ ਹੁੰਦਾ ਘਰ ਲੈ ਜਿਵੇਂ ਕਿ 100-150 ਸਾਲ ਪੁਰਾਣੇ ਵੀ ਹੁੰਦੇ ਨੇ, ਜਾਂ ਉਹਦੇ ਵਿੱਚ ਕੋਈ ਹੈਰੀਟੇਜ ਹੋਮਸ ਵੀ ਹੁੰਦੇ ਨੇ। ਤੁਸੀਂ ਉਹਨੂੰ ਢਾਹ ਨਹੀਂ ਸਕਦੇ, ਪਰ ਆਪਣੇ ਮਨ 'ਚ ਹੁੰਦਾ ਵੀ ਮੈਂ ਢਾਹ ਕੇ ਬਣਾ ਲਵਾਂ ਜਾਂ ਮੈਂ ਕਰ ਲਵਾਂ, ਉਹਨੂੰ ਬਾਹਰੋਂ ਸਜਾ ਲਵਾਂ। ਸੋ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਸੋ ਇਹ ਜਿਹੜੀਆਂ ਚੀਜ਼ਾਂ ਇਹ ਨੋਟ ਕਰਨੀਆਂ ਪੈਂਦੀਆਂ ਤੇ ਇਹਨਾਂ ਥਰੂ ਲੰਘਣਾ ਪੈਂਦਾ, ਤੇ ਤਾਂ ਕਿ ਤੁਸੀਂ ਇੱਕ ਵਧੀਆ
ਘਰ ਲੈ ਸਕੋ ਆਪਣੇ ਵਾਸਤੇ। ਬਿਲਕੁਲ, ਕਿਉਂਕਿ ਕਈ ਵਾਰੀ ਹੁੰਦਾ ਕਿ ਹੁਣ ਇੰਸਪੈਕਟਰ ਆਉਂਦਾ, ਉਹ ਕਈ ਵਾਰੀ ਗਲਤੀ ਕਰ ਜਾਂਦਾ ਹੈ, ਕਈ ਵਾਰੀ ਤੁਹਾਡੇ ਏਸੀ ਦੇ ਵਿੱਚ ਗਲਤੀ ਹੈਗੀ ਹੈ, ਤੁਹਾਡੀ ਹੋਰ ਕਿਸੇ ਚੀਜ਼ 'ਚ ਗਲਤੀ ਹੈਗੀ ਆ, ਉਹ ਤੁਹਾਨੂੰ ਫਿਕਸ ਕਰਾਉਣੀਆਂ ਪੈਂਦੀਆਂ, ਟਾਈਮ ਲੱਗ ਜਾਂਦਾ। ਸੋ ਉਹਦੇ ਵਿੱਚ ਰੀਅਲਟਰ ਦਾ ਕੀ ਰੋਲ ਹੁੰਦਾ ਕਿ ਕਲੋਜ਼ਿੰਗ ਕਿਸੇ ਨੇ ਜਲਦੀ ਕਰਾਉਣੀ ਆ, ਸਮਟਾਈਮਸ ਕਿਸੇ ਦੀ ਅੱਜ ਕਲੋਜ਼ਿੰਗ ਹੈਗੀ ਆ ਪਰ ਉਹਨਾਂ ਨੇ ਦੂਜਾ ਘਰ, ਕਿਉਂਕਿ ਹੁਣ ਮੋਸਟਲੀ ਇਹ ਵੀ ਹੈ ਕਿ ਕਿਸੇ ਨੇ ਅਪਗ੍ਰੇਡ ਕਰਨਾ ਆ ਕਿ ਪਹਿਲਾ ਘਰ ਹੈ ਜਿਹੜਾ ਉਹਦੀ ਕਲੋਜ਼ਿੰਗ ਵੀ ਨੇੜੇ ਆ ਰਹੀ ਹੈ ਤੇ ਦੂਜੇ ਦੀ ਆ ਨਹੀਂ ਰਹੀ ਹੈਗੀ, ਕਿਉਂਕਿ ਜਿਹਦੇ 'ਚ ਅਸੀਂ ਮੂਵ ਹੋਣਾ, ਸ਼ਿਫਟ ਕਰਨਾ। ਸੋ ਉਸ ਟਾਈਮ ਦੇ ਵਿੱਚ ਇੱਕ ਰੀਅਲਟਰ ਦਾ ਕੀ ਰੋਲ ਹੁੰਦਾ? ਵੈਲ, ਇੱਕ ਰੀਅਲਟਰ ਦਾ ਰੋਲ ਇਹੀ ਹੈ ਕਿ ਪਹਿਲੀ ਗੱਲ ਤਾਂ ਸਹੀ ਸਲਾਹ ਦੇਣੀ ਆ। ਨੰਬਰ 2, ਜਿਹੜੀਆਂ ਡੇਟਸ ਨੇ, ਲੈਟਸ ਜਸਟ ਸੇ ਕਿ ਉਹਨਾਂ ਨੇ ਘਰ A ਤੋਂ B ਨੂੰ ਜਾਣਾ ਹੈ, ਸੋ ਘਰ A ਦੀ ਜਿਹੜੀ ਕੰਪਲੀਸ਼ਨ ਆ ਉਹ 1 ਜਾਂ 2 ਦਿਨ ਪਹਿਲਾਂ ਹੋਣੀ ਚਾਹੀਦੀ ਤਾਂ ਕਿ ਤੁਹਾਡੇ ਕੋਲ ਫੰਡਸ ਆ ਗਏ ਤੇ ਜਿਹੜੇ ਘਰ B ਜਿਸ ਤੁਸੀਂ ਮੂਵ ਹੋਣਾ ਆ ਉਹ ਫੰਡਸ ਰੈਡੀ ਨੇ ਉਸ ਘਰ ਨੂੰ ਕੰਪਲੀਟ ਕਰਨ ਵਾਸਤੇ। ਸੋ ਇਹ ਵੀ ਅਸੀਂ ਦੇਖੀਦਾ ਵੀ ਗੈਪ ਨਾ ਪਵੇ। ਹੁਣ ਜੇ ਲੈਟਸ ਜਸਟ ਸੇ ਜਨਵਰੀ 25 ਦੀ ਕੰਪਲੀਸ਼ਨ ਤੁਹਾਡੇ ਘਰ ਦੀ ਤੁਸੀਂ ਵੇਚ ਦਿੱਤਾ ਤੇ ਮਾਰਚ ਦੇ ਐਂਡ ਦੀ ਤੁਸੀਂ ਬਾਇੰਗ ਕਰਨ ਦੀ ਜਿਹੜੀ ਕੰਪਲੀਸ਼ਨ ਪਾਈ ਹੋਈ ਹੈ, 2 ਮਹੀਨੇ ਕਿਤੇ ਜਾਣਗੇ, ਰਾਈਟ? ਸੋ ਉਸ ਹਿਸਾਬ ਨਾਲ ਸਾਨੂੰ ਡੇਟਸ ਜਿਹੜੀਆਂ ਅਲਾਈਨ ਕਰਨੀਆਂ ਪੈਂਦੀਆਂ ਨੇ ਕਿ ਤਾਂ ਕਿ ਜਿਹੜੀ ਇੱਕ ਦੂਜੀ ਕੰਪਲੀਸ਼ਨ ਉਹਦੇ ਰਾਈਟ ਆਫਟਰ ਹੋ ਜਾਵੇ ਤਾਂ ਕਿ ਤੁਹਾਨੂੰ ਕਿਤੇ ਹੋਰ ਪਾਸੇ ਨਾ ਸਮਾਨ ਲੈ ਕੇ ਜਾਣਾ ਪਵੇ, ਮੂਵ ਨਾ ਹੋਣਾ ਪਵੇ। ਸੋ ਤੁਸੀਂ ਰਾਈਟ ਵੇ ਇੱਕ ਘਰ ਤੋਂ ਉੱਠ ਕੇ ਦੂਜੇ ਘਰ ਚਲੋ। ਸਾਡੇ ਵਿਊਅਰਸ ਬਹੁਤ ਸਾਰੇ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਘਰ ਲੈਣੇ ਵੀ ਹੋਣੇ ਆ, ਜਿਨ੍ਹਾਂ ਨੇ ਵੇਚਣੇ ਵੀ ਹੋਣੇ ਆ, ਜਿਨ੍ਹਾਂ ਨੇ ਹੋਰ ਪ੍ਰੋਪਰਟੀਆਂ ਵੀ ਲੈਣੀਆਂ ਹੋਣੀਆਂ। ਹੁਣ ਉਹਨਾਂ ਨੇ ਬਹੁਤ ਸਾਰੇ ਰੀਅਲਟਰਸ ਦੇ ਨਾਲ ਕੰਮ ਵੀ ਕੀਤਾ ਹੋਣਾ ਆ ਜਾਂ ਕਈਆਂ ਨੇ ਹਜੇ ਪਹਿਲੀ ਵਾਰੀ ਸਟਾਰਟ ਕਰਨਾ ਹੋਣਾ। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਡਿਫਰੈਂਟ ਏਰੀਆਜ਼ ਦੇ ਵਿੱਚ ਰਹਿੰਦੇ ਆ, ਡਿਫਰੈਂਟ ਰੀਅਲਟਰਸ ਦੇ ਨਾਲ ਕੰਮ ਕਰਦੇ ਆ ਜਾਂ ਉਹਨਾਂ ਨੇ ਬੋਰਡਸ ਦੇਖੇ ਹੋਣਗੇ, ਜਾਂ ਕਈਆਂ ਨੂੰ ਵਰਡ ਆਫ ਮਾਊਥ ਹੈ ਜੀ, ਕਈ ਵਾਰੀ ਪਤਾ ਲੱਗਦਾ ਮੈਂ ਉਹ ਤੋਂ ਕਰ ਲਿਆ ਸੀ, ਉਹ ਬੜੇ ਵਧੀਆ ਡੀਲ ਕਰਵਾ ਦਿੰਦੇ ਆ। ਇੱਕ ਜਿਹੜਾ ਬਾਇਰ ਹੈ ਜਾਂ ਸੈਲਰ ਹੈ, ਉਹਨੇ ਜੇ ਰੀਅਲਟਰ ਤੱਕ ਪਹੁੰਚ ਕਰਨੀ ਹੈ, ਕੀ ਦੇਖਣਾ ਚਾਹੀਦਾ ਕਿ ਇਹ ਰੀਅਲਟਰ ਇਦਾਂ ਦਾ ਹੋਣਾ ਚਾਹੀਦਾ, ਕੁਆਲਿਟੀਜ਼ ਕੀ ਹੋਣੀਆਂ ਚਾਹੀਦੀਆਂ? ਵੈਲ, ਪਹਿਲਾਂ ਤਾਂ ਆਬਵੀਅਸਲੀ ਹਰੇਕ ਰੀਅਲਟਰ ਦਾ ਕੰਮ ਦੇਖਣਾ ਚਾਹੀਦਾ, ਕੀ ਕਰ ਰਿਹਾ, ਐਕਟਿਵ ਵੀ ਹੈ ਕਿ ਨਹੀਂ ਹੈ, ਫੁੱਲ ਟਾਈਮ ਆ ਕਿ ਪਾਰਟ ਟਾਈਮ ਆ। ਉਸ ਜਿਹੜਾ ਫੁੱਲ ਟਾਈਮਰ ਨੇ ਉਹਨੇ ਸਾਰਾ ਕੰਮ ਇੱਕੋ ਹੀ ਜਿਹੜਾ ਰੀਅਲ ਸਟੇਟ ਦਾ ਉਹ ਇੱਥੇ ਟਾਈਮ ਸਪੈਂਡ ਕਰਨਾ, ਸਾਰਾ ਦਿਨ ਲੱਗਾ ਰਹਿਣਾ ਜਾਂ 7 ਦਿਨ ਲੱਗੇ ਰਹਿਣਾ ਆ। ਕੁਛ ਹੁੰਦੇ ਨੇ ਜਿਹੜੇ ਪਾਰਟ ਟਾਈਮਰ ਨੇ, ਉਹਨਾਂ ਨੇ ਹੋਰ 8 ਘੰਟੇ ਕਿਤੇ ਲਾਉਣੇ ਆ, ਫਿਰ ਬਾਅਦ 'ਚ ਸ਼ਾਮ ਨੂੰ ਟਾਈਮ ਬਚਦਾ, ਕੀ ਬਚਦਾ। ਸੋ ਉਹਨਾਂ ਕੋਲ ਇਨਫ ਟਾਈਮ ਨਹੀਂ ਕਿ ਤੁਹਾਨੂੰ ਉਹ ਆਪਣਾ ਜਿਹੜਾ ਕੀਮਤੀ ਸਮਾਂ ਦੇ ਸਕੇ। ਫੁੱਲ ਟਾਈਮਰ ਆਬਵੀਅਸਲੀ ਪਹਿਲੀ ਚੋਇਸ ਹੋਣੀ ਚਾਹੀਦੀ ਹੈ। ਉਹਦੇ ਕੰਮ ਦੇਖਣੇ ਚਾਹੀਦੇ ਆ, ਰਿਵਿਊਜ਼ ਵਗੈਰਾ ਦੇਖ ਲਓ, ਬੰਦੇ ਚੰਗੇ ਕਿੰਨੇ ਪੈਸ਼ਨੇਟ ਹੈ ਆਪਣੇ ਕੰਮ ਦੇ ਲਈ ਆ। ਹਾਂਜੀ, ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਤੇ 1-2 ਨੂੰ ਤੁਸੀਂ ਸੱਦ ਲਓ, ਇੰਟਰਵਿਊ ਕਰ ਲਓ, ਤੁਹਾਨੂੰ ਠੀਕ ਲੱਗੇ ਜਿਹੜਾ ਉਸ ਦੇ ਨਾਲ ਜਾਣਾ ਚਾਹੀਦਾ। ਬਿਲਕੁਲ ਜੀ। ਸੋ ਜੇ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ, ਤੁਹਾਡੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ, ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਤੁਹਾਨੂੰ ਕਿੱਦਾਂ ਰੀਚ ਕੀਤਾ ਜਾ ਸਕਦਾ? ਮੈਨੂੰ ਫੋਨ ਕਰ ਸਕਦੇ ਨੇ, ਈਮੇਲ ਕਰ ਸਕਦੇ ਨੇ। ਮੇਰਾ ਫੋਨ ਨੰਬਰ ਹੈਗਾ ਜੀ 6047213840, 6047213840, ਜਾਂ ਮੈਨੂੰ ਰੀਚ ਕਰ ਸਕਦੇ ਨੇ Manny MANNIGILL realtor@gmail.com ਤੇ। ਜੀ ਬਿਲਕੁਲ। ਕੀ ਐਡਵਾਈਸ ਹੈ, ਕੀ ਮੈਸੇਜ ਹੈ ਸਾਡੇ ਵਿਊਅਰਸ ਦੇ ਲਈ? ਵੈਲ, ਮੈਸੇਜ ਇਹੀ ਹੈ ਕਿ ਮੇਕ ਸ਼ੋਰ ਤੁਸੀਂ ਇਹ ਕਰੋ ਕਿ ਤੁਸੀਂ ਇੱਕ ਚੰਗੇ ਰੀਅਲਟਰ ਨਾਲ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਸਹੀ ਸਲਾਹ ਦੇ ਸਕੇ। ਮੋਰਗੇਜ ਬ੍ਰੋਕਰ ਵੀ ਇੱਕ ਚੰਗਾ ਹੋਣਾ ਚਾਹੀਦਾ ਤੁਹਾਡੇ ਕੋਲ, ਕਿਉਂਕਿ ਜੇ ਮੋਰਗੇਜ ਬ੍ਰੋਕਰ ਨੇ ਨਹੀਂ ਤੁਹਾਡੀ ਡੀਲ ਸਿਰੇ ਚਾੜੀ ਤਾਂ ਫਿਰ ਗਾਂ ਅਸੀਂ ਵੀ ਕੁਝ ਨਹੀਂ ਕਰ ਸਕਦੇ, ਕਿਉਂਕਿ ਫੰਡਸ ਤਾਂ ਆਪਾਂ ਨੂੰ ਬੈਂਕ ਤੋਂ ਹੀ ਆਉਣੇ ਨੇ। ਸੋ ਆਪਣੇ ਜਿਹੜੇ ਪੇਪਰ ਵਰਕ ਆ ਉਹ ਪੂਰਾ ਸਹੀ ਰੱਖੋ। ਜੋ ਵੀ ਤੁਸੀਂ ਜੇ ਪ੍ਰੋਸੈਸ ਲੰਘ ਰਹੇ ਹੋ, ਜੋ ਵੀ ਰਿਕੁਆਇਰਮੈਂਟਸ ਨੇ ਜਿਹੜੀਆਂ ਕਿ ਮੋਰਗੇਜ ਬ੍ਰੋਕਰ ਚਾਹੁੰਦਾ ਆ, ਉਹ ਪੂਰੀਆਂ ਕਰੋ ਤਾਂ ਕਿ ਉਹ ਤੁਹਾਨੂੰ ਸਹੀ ਐਡਵਾਈਸ ਦੇ ਸਕੇ ਤੇ ਤੁਹਾਨੂੰ ਦੱਸ ਸਕੇ ਵੀ ਤੁਸੀਂ ਕਿੰਨੇ ਪੈਸਿਆਂ ਲਈ ਕੁਆਲੀਫਾਈ ਕਰ ਸਕਦੇ ਹੋ। ਬਿਲਕੁਲ। ਤੇ ਅੱਜ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਦੱਸਿਆ ਕਿ ਮਾਰਕੀਟ ਕਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਕੀ ਕੁਝ ਧਿਆਨ 'ਚ ਰੱਖਣਾ ਚਾਹੀਦਾ। ਥੈਂਕ ਯੂ ਸੋ ਮਚ। ਥੈਂਕ ਯੂ ਅਰਸ਼ੀ, ਬਹੁਤ ਬਹੁਤ ਮਿਹਰਬਾਨੀ ਤੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਮੈਨੀ ਗਿੱਲ ਦੇ ਨਾਲ ਗੱਲ ਹੋਈ ਹੈ ਤੇ ਰੀਅਲਟਰ ਨੇ, ਬੜੇ ਵਧੀਆ ਰੀਅਲਟਰ ਨੇ, ਬੜੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਸਕਦੇ ਆ। ਘਰ ਲੱਭ ਰਹੇ ਹੋ ਜਾਂ ਤੁਸੀਂ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ, ਫੋਨ ਕੀਤਾ ਜਾ ਸਕਦਾ, ਇਹਨਾਂ ਨੂੰ ਈਮੇਲ ਕੀਤੀ ਜਾ ਸਕਦੀ ਹੈ। ਤੇ ਹੋਰ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।